ਗੱਡੀਆਂ ਦੇ ਉੱਤੇ ਲੱਗੇ ਹੋਏ ਨੇ ਫੈਂਸੀ ਨੰਬਰ ਪਲੇਟ। ਵੱਡੀ ਖਬਰ ਹੈ ਇਸ ਸਮੇਂ ਦੀ, ਹੁਣ ਨਹੀਂ ਚੱਲਣਗੀਆਂ ਫੈਂਸੀ ਨੰਬਰ ਪਲੇਟਾਂ। ਪੁਰਾਣੇ ਫੈਂਸੀ ਨੰਬਰ ਦੀਆਂ ਗੱਡੀਆਂ ਦੇ ਉੱਤੇ ਹੁਣ ਐਕਸ਼ਨ ਹੋਵੇਗਾ। ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ ਆਦੇਸ਼ ਜਾਰੀ ਕਰ ਦਿੱਤੇ ਨੇ। ਰਜਿਸਟ੍ਰੇਸ਼ਨ ਮਾਰਕ ਸਟੇਟ ਕੋਡ PB ਦੇ ਉਲੰਘਣ ਦੇ ਉੱਤੇ ਕਾਰਵਾਈ ਹੋਵੇਗੀ। ਚਲਾਨ ਦੇ ਨਾਲ-ਨਾਲ ਗੱਡੀਆਂ ਵੀ ਜ਼ਬਤ ਕੀਤੀਆਂ ਜਾਣਗੀਆਂ। 12 ਜੂਨ 1999 ਤੋਂ ਬਾਅਦ ਦੀਆਂ ਗੱਡੀਆਂ ਦੇ ਉੱਤੇ ਇਹ ਆਦੇਸ਼ ਲਾਗੂ ਹੋਣਗੇ। ਨਵੇਂ ਫੈਂਸੀ ਨੰਬਰ ਦੇ ਲਈ ਅਪਲਾਈ ਕੀਤਾ ਜਾ ਸਕਦਾ, ਆਨਲਾਈਨ ਵੀ ਅਪਲਾਈ ਕੀਤਾ ਜਾ ਸਕਦਾ। ਦਸੰਬਰ 2020 ਦੇ ਵਿੱਚ ਫੈਂਸੀ ਨੰਬਰ ਨੂੰ ਲੈ ਕੇ ਆਦੇਸ਼ ਜਾਰੀ ਹੋਏ ਸਨ ਤੇ ਦਸੰਬਰ 2020 ਦੇ ਵਿੱਚ ਹੀ ਪੁਰਾਣੇ ਫੈਂਸੀ ਨੰਬਰ ਬਲੌਕ ਕਰਨ ਦੇ ਆਦੇਸ਼ ਵੀ ਜਾਰੀ ਹੋਏ ਸੀ। ਟਰਾਂਸਪੋਰਟ ਮੰਤਰੀ ਨੇ ਸੂਬੇ ਦੇ ਸਾਰੇ RTOs ਨੂੰ ਹਦਾਇਤ ਦਿੱਤੀ ਹੈ ਕਿ ਵਿਸ਼ੇਸ਼ ਨਾਕੇ ਲਗਾ ਕੇ, ਖਾਸ ਨਾਕੇ ਲਗਾ ਕੇ ਅਜਿਹੀਆਂ ਸਾਰੀਆਂ ਗੱਡੀਆਂ ਵਾਹਨਾਂ ਦੇ ਚਲਾਨ ਕੱਟੇ ਜਾਣ ਅਤੇ ਇਹਨਾਂ ਨੂੰ ਜ਼ਬਤ ਕੀਤਾ ਜਾਵੇ ਜੋ ਨਿਯਮਾਂ ਦੀ ਉਲੰਘਣਾ ਕਰ ਰਹੇ ਨੇ ਤੇ ਹੁਣ ਵੀ ਪੁਰਾਣੇ ਫੈਂਸੀ ਨੰਬਰ ਲਗਵਾ ਕੇ ਗੱਡੀਆਂ ਚਲਾ ਰਹੇ ਨੇ। ਪੰਜਾਬ ਸਰਕਾਰ ਦੇ ਵੱਲੋਂ ਐਕਟ ਦੀ ਉਲੰਘਣਾ ਕਰਨ ਦੇ ਉੱਤੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਨੇ। रुख करते हैं नपिंदर बराड़ इस खबर से ज्यादा जानकारी के नाल साडे नाल जुड़ रहे हैं साडे सहयोगी। नपिंदर, समझना चाहांगे कि कुछ पूरा मामला फैंसी नंबर तो भाव की है कि नंबर प्लेट फैंसी या फिर जिवें 2 अखरां वाला नंबर हुंदा है उस दे उत्ते एक्शन है? देखो बिल्कुल ਜਿਹੜੇ ਪੁਰਾਣੇ ਨੰਬਰ ਸੀ ਅਸਲ ਦੇ ਵਿੱਚ ਇਹਨਾਂ ਨੰਬਰਾਂ ਨੂੰ ਲੈ ਕੇ ਪਹਿਲਾਂ ਵੀ ਜਿਹੜਾ ਹੈਗਾ ਆਰਡਰ ਪਾਸ ਕੀਤੇ ਗਏ ਸੀ, ਪਰ ਉਹ ਕਿਤੇ ਨਾ ਕਿਤੇ ਹਲੇ ਜਿਹੜੇ ਨੇ ਆਰਡਰ ਨੂੰ ਪ੍ਰੋਪਰ ਇੰਪਲੀਮੈਂਟ ਨਹੀਂ ਕੀਤਾ ਗਿਆ ਸੀ। ਤਾਂ ਕਹਿ ਸਕਦੇ ਕਿ ਇੱਕ ਵਾਰੀ ਦੁਬਾਰਾ ਤੋਂ ਜਿਹੜਾ ਸਖਤੀ ਦਿਖਾਈ ਜਾ ਰਹੀ ਸਰਕਾਰ ਦੇ ਵੱਲੋਂ, ਕਿਉਂਕਿ ਪੁਰਾਣੇ ਨੰਬਰਾਂ ਨੂੰ ਲੈ ਕੇ ਕਈ ਵਾਰ ਸਵਾਲ ਉੱਠੇ, ਕਈ ਵਾਰ ਇਲਜ਼ਾਮ ਲੱਗੇ ਔਰ ਅਜਿਹੇ ਹਾਲਾਤਾਂ ਦੇ ਵਿੱਚ ਸਰਕਾਰ ਨੇ ਆਰਡਰ ਵੀ ਜਾਰੀ ਕੀਤਾ ਸੀ, ਪਰ ਕਿਤੇ ਨਾ ਕਿਤੇ ਉਹ ਆਰਡਰ ਜਿਹੜੇ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਕਿ ਇੰਪਲੀਮੈਂਟ ਨਹੀਂ ਹੋ ਪਾਏ, ਪਰ ਹੁਣ ਬੜਾ ਸਖਤ ਹਦਾਇਤਾਂ ਕਰ ਦਿੱਤੀਆਂ ਗਈਆਂ ਨੇ ਕਿ ਗੱਡੀਆਂ ਇੰਪਾਊਂਡ ਵੀ ਹੋ ਜਾਣਗੀਆਂ ਔਰ ਗੱਡੀਆਂ ਦੇ ਚਲਾਨ ਵੀ ਹੋਣਗੇ। ਔਰ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਜਿਹੜੇ 12/6/1999 ਤੋਂ ਬਾਅਦ ਜਿਹੜੇ ਰਜਿਸਟਰਡ ਕਰਵਾਏ ਗਏ, ਯਾਨੀ ਉਸ ਤੋਂ ਪਹਿਲਾਂ ਜਿਹੜੇ ਆਲਰੇਡੀ ਉਹਨਾਂ ਨੂੰ ਬੇਸ਼ੱਕ ਤੁਸੀਂ ਵੱਖ ਰੱਖ ਲਓ, ਪਰ ਜਿਹੜੇ 99 ਤੋਂ ਬਾਅਦ ਰਜਿਸਟਰਡ ਕਰਵਾਏ ਗਏ ਉਹਨਾਂ ਨੂੰ ਗੈਰ ਕਾਨੂੰਨੀ ਮੰਨਿਆ ਜਾਣਾ ਹੈ, ਕਿਉਂਕਿ ਉਹਨੂੰ ਲੈ ਕੇ ਜਿਹੜਾ ਹੈਗਾ 30/12/2020 ਯਾਨੀ ਹੁਣ ਤੋਂ 2 ਸਾਲ ਪਹਿਲਾਂ, ਕਰੀਬ 2 ਸਾਲ ਪਹਿਲਾਂ ਜਿਹੜਾ ਹੈਗਾ ਆਰਡਰ ਜਾਰੀ ਕੀਤਾ ਸੀ, ਨੋਟਿਸ ਦਿੱਤਾ ਗਿਆ ਸੀ, ਤਾਂ ਉਹ ਉਸੇ ਆਧਾਰ ਤੇ ਜਿਹੜਾ ਹੈਗਾ ਇਹ ਨੰਬਰ ਜਿਹੜੇ ਨੇ ਬਲੌਕ ਕਰ ਦਿੱਤੇ ਜਾਣਗੇ। ਔਰ ਸਾਫ਼ ਕੀਤਾ ਗਿਆ ਹੈ ਕਿ ਟਰਾਂਸਪੋਰਟ ਡਿਪਾਰਟਮੈਂਟ ਆ ਜਿਹੜਾ ਇਹਨਾਂ ਨੰਬਰਾਂ ਨੂੰ ਜਿਹੜੀ ਵਾਹਨ ਵੈਬਸਾਈਟ ਹੈ ਬੇਸਿਕਲੀ ਜਿਹਦੇ ਤੇ ਅੱਜ ਕੱਲ੍ਹ ਆਨਲਾਈਨ ਸਾਰਾ ਕੁਝ ਤੁਸੀਂ ਰਿਕਾਰਡ ਚੈੱਕ ਕਰ ਲੈਂਦੇ ਆ, ਉਹਦੇ ਤੇ ਵੀ ਕਹਿ ਦਿੱਤਾ ਗਿਆ ਕਿ ਬਲੌਕ ਕਰ ਦਿਓ। ਜਦੋਂ ਕੋਈ ਨੰਬਰ ਦੇਖੋ ਤੁਸੀਂ ਚੈੱਕ ਕਰਨਾ ਹੋਵੇ ਕਿ ਆਹ ਨੰਬਰ ਸਹੀ ਹੈ ਜਾਂ ਗਲਤ ਹੈ, ਤਾਂ ਤੁਸੀਂ ਆਨਲਾਈਨ ਜਾ ਕੇ ਦੇਖਦੇ ਹੋ। ਹਾਲੇ ਤੱਕ ਆਨਲਾਈਨ ਜਦੋਂ ਨਜ਼ਰ ਆਉਂਦੇ ਆ ਤਾਂ ਲੱਗਦਾ ਕਿ ਸਹੀ ਹੈ, ਪਰ ਹੁਣ ਡਿਪਾਰਟਮੈਂਟ ਨੂੰ ਸਾਫ਼ ਹਦਾਇਤ ਕਰ ਦਿੱਤੀ ਗਈ ਹੈ ਕਿ ਤੁਸੀਂ ਇਹਨਾਂ ਨੰਬਰਾਂ ਨੂੰ ਆਨਲਾਈਨ ਵੀ ਬਲੌਕ ਕਰ ਦਿਓ, ਤਾਂ ਕਿ ਜੇ ਕੋਈ ਉਹਨੂੰ ਆਨਲਾਈਨ ਸਰਚ ਕਰੇ ਤਾਂ ਉਹ ਲੱਗੇ ਕਿ ਆਨਲਾਈਨ ਨੰਬਰ ਹੈ ਹੀ ਨਹੀਂ, ਇਹਦਾ ਮਤਲਬ ਨੰਬਰ ਗਲਤ ਹੈ ਔਰ ਜੇ ਇਹਦੇ ਵਿੱਚ ਉਹਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ। ਕਿਉਂਕਿ ਕਈ ਵਾਰ ਕੁਝ ਲੋਕ ਬਚ ਜਾਂਦੇ ਸੀ ਇਹ ਜਾ ਕੇ ਕਿ ਆਹ ਦੇਖੋ ਜੀ ਆਨਲਾਈਨ ਰਿਕਾਰਡ ਚੜਿਆ ਹੋਇਆ, ਸਾਡਾ ਕੀ ਕਸੂਰ ਹੈ। ਤਾਂ ਜੇ ਇਹਦੇ ਵਿੱਚ ਸਾਫ਼ ਕਰ ਦਿੱਤਾ ਗਿਆ ਕਿ ਆਨਲਾਈਨ ਵੀ ਬਲੌਕ ਕਰੋ ਨੰਬਰਾਂ ਨੂੰ, ਔਰ ਜਿਹੜੇ ਇਹ ਨੰਬਰ ਰਜਿਸਟਰਡ ਕੀਤੇ ਗਏ ਨੇ ਉਹਨਾਂ ਨੂੰ ਹੁਣ ਹਟਾ ਕੇ ਨਵੇਂ ਨੰਬਰ ਜਿਹੜੇ ਨੇ ਜਾਰੀ ਕਰਨੇ ਪੈਣਗੇ। ਯਾਨੀ ਤੁਸੀਂ ਡਿਪਾਰਟਮੈਂਟ ਕੋਲੇ ਜਾਓਗੇ, ਆਪਣਾ ਰੈਗੂਲਰ ਨੰਬਰ ਲਓਗੇ, ਜਿਸ ਤਰ੍ਹਾਂ ਪਹਿਲਾਂ ਵੀ ਤੁਸੀਂ ਦੇਖੋ ਨਾ ਕਈ ਚੀਜ਼ਾਂ ਦਾ ਬਦਲਾਅ ਹੋਇਆ। ਦੇ ਵਿੱਚੋਂ ਤੁਸੀਂ ਗੱਡੀ ਲੈ ਲੈਂਦੇ ਸੀ ਤਾਂ ਉਹੀ ਨੰਬਰ ਲੋਕਲ ਆ ਕੇ ਰਜਿਸਟਰ ਹੋ ਜਾਂਦਾ ਸੀ, ਜਿਸ ਤਰ੍ਹਾਂ ਪੰਜਾਬ 'ਚ ਕਿੰਨੀਆਂ ਦਿੱਲੀ ਨੰਬਰ ਗੱਡੀਆਂ ਅਸੀਂ ਦੇਖੀਆਂ, ਪਰ ਬਾਅਦ ਦੇ ਵਿੱਚ ਉਹ ਵੀ ਸਖਤੀ ਹੋਈ। ਹੁਣ ਤੁਸੀਂ ਅਗਰ ਬਾਹਰਲੀ ਸਟੇਟ ਤੋਂ ਗੱਡੀ ਲੈ ਕੇ ਆਉਣੇ ਆ ਤਾਂ ਤੁਹਾਨੂੰ ਆ ਕੇ ਲੋਕਲ ਨੰਬਰ ਲੈਣਾ ਪੈਂਦਾ, ਤਾਂ ਕਿ ਕਿਉਂਕਿ ਕਈ ਵਾਰ ਜਿਹੜਾ ਹੈਗਾ ਕਾਨੂੰਨੀ ਤੌਰ ਤੇ ਦਿੱਕਤ ਆ ਜਾਂਦੀ ਸੀ। ਕਈ ਵਾਰ ਨੰਬਰਾਂ ਦੀ ਰਜਿਸਟ੍ਰੇਸ਼ਨ ਕਈ ਤੀਜੇ ਚੌਥੇ ਥਾਂ ਤੁਰੀ ਫਿਰਦੀ ਸੀ, ਉਹਨੂੰ ਲੈ ਕੇ ਬਾਅਦ ਵਿੱਚ ਸਰਚ ਕਰਨ 'ਚ ਦਿੱਕਤ ਆਉਂਦੀ ਸੀ। ਇਹ ਸਾਰੀਆਂ ਚੀਜ਼ਾਂ ਨੂੰ ਠੀਕ ਕਰਨ ਦੇ ਸਮੂਥਲਾਈਨ ਕਰਨ ਦੇ ਲਈ ਇਹ ਪ੍ਰੋਸੈਸ ਆ ਜਿਹੜਾ ਕੀਤਾ ਗਿਆ ਔਰ ਸਾਫ਼ ਹਦਾਇਤ ਕਰ ਦਿੱਤੀ ਗਈ ਹੈ ਕਿ ਹੁਣ ਇਹ ਫੈਂਸੀ ਨੰਬਰਾਂ ਵਾਲਾ ਚਾਰਜ ਜਿਹੜਾ ਉਹਨੂੰ ਭੁੱਲ ਜਾਓ ਤੇ ਆਪਦੇ ਨਵੇਂ ਨੰਬਰ। ਮਤਲਬ ਮੈਂ ਇੱਕ ਹੋਰ ਥੋੜਾ ਜਿਹਾ ਹੋਰ ਕਲੈਰੀਫਾਈ ਕਰਨਾ ਚਾਹੁੰਦਾ ਕਿ ਜਿਵੇਂ ਕੁਝ ਮਹਿੰਗੀਆਂ ਗੱਡੀਆਂ ਦੇ ਉੱਤੇ ਮੈਂ ਕਹਾਂ ਕਿ ਜਿਹੜੀਆਂ ਬਹੁਤ ਮਹਿੰਗੀਆਂ ਲਗਜ਼ਰੀ ਗੱਡੀਆਂ ਹੈਗੀਆਂ ਨੇ ਨਪਿੰਦਰ, ਦੇ ਉੱਤੇ ਲੋਕ ਬਹੁਤ ਸ਼ੌਂਕ ਦੇ ਨਾਲ ਬਹੁਤ ਕਈ ਲੱਖਾਂ ਦਾ ਨੰਬਰ ਖਰੀਦ ਕੇ, ਪੁਰਾਣਾ ਨੰਬਰ ਕਿ 3 ਅੱਖਰਾਂ ਦਾ ਨੰਬਰ ਹੁੰਦਾ ਕਿ ਜਿਵੇਂ ਸਪੋਜ਼ ਕਰ ਲਓ PIB ਸਾਹਮਣੇ 2 ਅੱਖਰ ਹੋਣਗੇ ਨੂਮੈਰੀਕਲ, ਤਾਂ ਉਸ ਤਰ੍ਹਾਂ ਦੇ ਨੰਬਰਾਂ ਦੇ ਉੱਤੇ ਇਹ ਸ਼ਿਕੰਜਾ ਕਿ ਜਿਹੜੇ ਪਹਿਲਾਂ 2-2 4-4 ਲੱਖ ਦੇ ਨੰਬਰ ਵਿਕਦੇ ਸੀ ਉਹ ਹੁਣ ਬਿਲਕੁਲ ਖਤਮ ਨੇ। ਦੇਖੋ ਬਿਲਕੁਲ ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ 12/6/1999 ਤੋਂ ਬਾਅਦ ਜਿਹੜਾ ਰਜਿਸਟ੍ਰੇਸ਼ਨ ਹੋਈ ਹੈ ਉਹਨਾਂ ਨੂੰ ਤੁਸੀਂ ਮੰਨ ਲਓ ਕਿ ਭੁੱਲ ਜਾਓ। ਜੇ ਤੁਸੀਂ ਜਿੱਡੀ ਵੱਡੀ ਮਰਜ਼ੀ ਮਹਿੰਗੀ ਗੱਡੀ ਲਈ ਹੈ ਤਾਂ ਚੁੱਪ ਕਰਕੇ ਰੂਟੀਨ ਵਾਲਾ ਨੰਬਰ ਲੈਣਾ ਪਏਗਾ। ਜੇ ਕੋਈ ਮਹਿੰਗੀ ਗੱਡੀ ਦੇ ਉੱਪਰ ਸੋਹਣਾ ਜੈਂਕੀ ਨੰਬਰ ਲਾਉਣ, ਛੋਟਾ ਨੰਬਰ ਲਾਉਣ ਦੇ ਚਾਅ ਦੇ ਵਿੱਚ ਨਹੀਂ ਹਟੇਗਾ ਔਰ ਕਾਨੂੰਨ ਦੀ ਉਲੰਘਣਾ ਕਰੇਗਾ ਤਾਂ ਜਿਹੜੀ ਮਹਿੰਗੀ ਗੱਡੀ ਹੈ ਉਹ ਜ਼ਬਤ ਹੋ ਸਕਦੀ ਹੈ। ਸਪਸ਼ਟ ਲਫ਼ਜ਼ਾਂ ਦੇ ਵਿੱਚ ਇਹ ਗੱਲ ਹੈ ਕਿ ਚਾਹੇ ਗੱਡੀ ਤੁਹਾਡੀ ਜਿੱਡੀ ਮਰਜ਼ੀ ਮਹਿੰਗੀ ਹੈ, ਤੁਸੀਂ ਜਿੱਡੇ ਮਰਜ਼ੀ ਅਸਰ ਸੂਖ ਵਾਲੇ ਹੋ, ਪਰ ਜੇ ਤੁਸੀਂ ਗਲਤ ਨੰਬਰ
ਬਖਸ਼ਿਆ ਨਹੀਂ ਜਾਵੇਗਾ, ਕਿਉਂਕਿ ਤੁਸੀਂ ਸਰਕਾਰ ਦੀ ਗੱਲ ਕਰੋ ਤਾਂ ਇੱਥੇ ਤਾਂ ਮੌਜੂਦਾ ਮੰਤਰੀ ਤੇ ਸਾਬਕਾ ਮੰਤਰੀ ਤੱਕ ਨੂੰ ਨਹੀਂ ਬਖਸ਼ਿਆ ਜਾ ਰਿਹਾ, ਤੇ ਫਿਰ ਵੱਡੀ ਮਹਿੰਗੀ ਗੱਡੀ ਵਾਲੇ ਨੂੰ ਵੀ ਮੈਨੂੰ ਲੱਗਦਾ ਕਿ ਸ਼ਾਇਦ ਨਾ ਹੀ ਬਖਸ਼ਿਆ ਜਾਵੇ। ਇਸ ਕਰਕੇ ਵੱਡੀਆਂ ਗੱਡੀਆਂ ਤੇ ਮਹਿੰਗੇ ਨੰਬਰ ਜਾਂ ਕਹਿ ਦੋ ਕਿ ਪੁਰਾਣੇ ਫੈਂਸੀ ਨੰਬਰ ਲਾਉਣ ਦਾ ਚਾਅ ਜਿਹੜਾ ਹੈਗਾ ਉਹ ਤਿਆਗਣਾ ਪਵੇਗਾ ਪੰਜਾਬੀਆਂ ਨੂੰ ਜੀ। ਤਾਂ ਮਤਲਬ ਇਹ ਕੱਢਿਆ ਜਾਵੇ ਕਿ ਹੋ ਸਕਦਾ ਹੈ ਕਿ ਜੇ ਤੁਹਾਡੀ ਗੱਡੀ ਦੇ ਉੱਤੇ ਕੋਈ ਫੈਂਸੀ ਨੰਬਰ ਲੱਗਿਆ ਹੋਇਆ, ਤੁਸੀਂ 25 30 ਜਾਂ 50 ਲੱਖ ਰੁਪਏ ਦੀ ਗੱਡੀ ਦੇ ਵਿੱਚ ਗਏ ਹੋ, ਤੁਹਾਨੂੰ ਨਾਕੇ ਦੇ ਉੱਤੇ ਰੋਕ ਲਿਆ ਗਿਆ, ਤਾਂ ਫਿਰ ਹੋ ਸਕਦਾ ਹੈ ਕਿ ਤੁਹਾਨੂੰ ਵਾਪਸੀ ਜਾਂ ਤਾਂ ਫਿਰ ਰਿਕਸ਼ਾ ਤੇ ਆਉਣਾ ਪਵੇ ਜਾਂ ਫਿਰ ਕੋਈ ਹੋਰ ਟੈਕਸੀ ਕਰਕੇ ਆਉਣਾ ਪਵੇ। ਸ਼ੁਕਰੀਆ ਨੁਪਿੰਦਰ, ਧੰਨਵਾਦ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਫੈਂਸੀ ਨੰਬਰਾਂ ਵਾਲਿਆਂ ਦੇ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ। ਜ਼ਿਕਰ ਕੀਤਾ ਨੁਪਿੰਦਰ ਨੇ ਵੀ ਕਿ 1999 ਤੋਂ ਪਹਿਲਾਂ ਦੀਆਂ ਜਿਹੜੀਆਂ ਰਜਿਸਟ੍ਰੇਸ਼ਨ ਨੇ ਉਹ ਬਿਲਕੁਲ ਹੁਣ ਇੱਕ ਤਰੀਕੇ ਨਾਲ ਬਲੌਕ ਕੀਤੀਆਂ ਜਾ ਰਹੀਆਂ ਨੇ। ਉਸ ਤੋਂ ਬਾਅਦ ਜਿਹੜੇ ਕੰਪਿਊਟਰਾਈਜ਼ਡ ਨੰਬਰ ਜਦੋਂ ਕਿਹਾ ਜਾਂਦਾ ਕਿ ਜਦੋਂ ਆ ਗਏ ਤਾਂ ਸਿਰਫ ਉਹੀ ਨੰਬਰ ਹੁਣ ਵੈਲਿਡ ਹੋਣਗੇ, ਯਾਨੀ ਕਿ ਜਿਹੜਾ ਪਹਿਲਾਂ ਪੁਰਾਣੇ ਨੰਬਰ ਹੁੰਦੇ ਸੀ ਉਹ ਇਨਵੈਲਿਡ ਹੋ ਜਾਣਗੇ, ਤੇ ਜਿਹੜੇ ਵੈਲਿਡ ਨੰਬਰ ਨੇ ਜਿਵੇਂ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ PB01 ਅੱਗੇ ਨੰਬਰ ਹੁੰਦਾ ਹੈ, ਜਾਂ PB65 ਜਿਵੇਂ ਮੋਹਾਲੀ ਦਾ ਨੰਬਰ ਹੁੰਦਾ ਹੈ, ਜਾਂ PB10 ਜਿਹੜਾ ਲੁਧਿਆਣੇ ਦਾ ਨੰਬਰ ਹੁੰਦਾ ਹੈ, ਇਸੇ ਤਰੀਕੇ ਨਾਲ PB31 ਹੁੰਦਾ। ਹਰ ਥਾਂ ਦਾ ਵੱਖ-ਵੱਖ ਨੰਬਰ ਹੁੰਦੇ ਨੇ। PB23 ਫਤਿਹਗੜ੍ਹ ਸਾਹਿਬ ਦਾ ਨੰਬਰ ਹੁੰਦਾ ਹੈ। ਤਾਂ ਇਸ ਤਰੀਕੇ ਨਾਲ ਜਿਹੜੇ ਨੰਬਰ ਨੇ ਉਹੀ ਜਿਹੜੇ ਕੰਪਿਊਟਰਾਈਜ਼ਡ ਨੰਬਰ ਨੇ ਉਹੀ ਹੁਣ ਵੈਲਿਡ ਹੋਣਗੇ। ਹਾਂ, ਉਸ ਦੇ ਵਿੱਚ ਜਾ ਕੇ ਜੇਕਰ ਕੋਈ ਖਰੀਦਣਾ ਚਾਹੁੰਦਾ ਹੈ, ਆਕਸ਼ਨ ਹੁੰਦੀਆਂ ਨੇ ਕਿ 0001 ਲੈਣਾ, 0002 ਲੈਣਾ ਜਾਂ ਕੋਈ ਵੀ ਨੰਬਰ ਲੈਣਾ, ਉਹ ਤੁਹਾਡੀ ਚੁਆਇਸ ਹੈ, ਤੁਸੀਂ ਮਹਿੰਗਾ ਨੰਬਰ ਖਰੀਦ ਸਕਦੇ ਹੋ। ਪਰ ਜੇਕਰ ਹੁਣ ਤੁਹਾਡੀ ਗੱਡੀ ਦੇ ਉੱਤੇ ਪੁਰਾਣਾ ਨੰਬਰ ਲੱਗਿਆ, ਉਹ ਬੇਸ਼ੱਕ ਤੁਸੀਂ 2 ਲੱਖ 4 ਲੱਖ 5 ਲੱਖ ਦਾ ਖਰੀਦਿਆ ਹੋਵੇ, 50 ਲੱਖ ਦੀ ਗੱਡੀ ਦੇ ਉੱਤੇ ਲਾਇਆ ਹੋਵੇ, ਤਾਂ ਉਸ ਨੰਬਰ ਦਾ ਨਾ ਸਿਰਫ ਚਲਾਨ ਹੋਏਗਾ ਬਲਕਿ ਤੁਹਾਡੀ ਗੱਡੀ ਵੀ ਜ਼ਬਤ ਕੀਤੀ ਜਾ ਸਕਦੀ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਕਾਲੀਆਂ ਗੱਡੀਆਂ, ਕਾਲੇ ਸ਼ੀਸ਼ੇ ਤੇ ਕਾਲੇ ਕੰਮ ਜਿਹਾ ਇਲਜ਼ਾਮ ਲੱਗ ਰਹੇ ਨੇ। STF ਨੇ ਕਾਬੂ ਕੀਤਾ ਭਗੌੜਾ ਨਸ਼ਾ ਤਸਕਰ। ਲਗਜ਼ਰੀ ਗੱਡੀਆਂ ਦੇ ਵਿੱਚ ਇਹ ਨਸ਼ਾ ਤਸਕਰੀ ਕਰਦਾ ਸੀ, ਇਸ ਦੇ ਉੱਤੇ ਇਲਜ਼ਾਮ ਨੇ। ਗੱਡੀਆਂ ਦੇ ਉੱਤੇ VIP ਸਟicker ਲਗਾ ਕੇ ਇਸ ਦੇ ਵੱਲੋਂ ਇਸ ਤਸਕਰੀ ਦੇ ਗੋਰਖ ਧੰਦੇ ਨੂੰ ਅੰਜਾਮ ਦਿੱਤਾ ਜਾਂਦਾ ਸੀ। ਇਹ ਵੱਡੀ ਖਬਰ ਹੈ ਕਿਉਂਕਿ VIP ਨੰਬਰ ਜਾਂ ਫਿਰ VIP ਲਿਖ ਕੇ ਗੱਡੀ ਦੇ ਉੱਤੇ ਤਾਂ ਫਿਰ ਪੁਲਿਸ ਦੀਆਂ ਅੱਖਾਂ ਦੇ ਵਿੱਚ ਵੀ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਰਮਨਜੀਤ ਉਰਫ ਗੋਲਡੀ ਦੇ ਵੱਜੋਂ ਪਛਾਣ ਹੋਈ ਹੈ। 8 ਗੱਡੀਆਂ ਤੇ 8 ਲੱਖ ਰੁਪਏ ਦੀ ਡਰਗ ਮਨੀ ਦੇ ਨਾਲ ਇਹ ਸ਼ਖਸ ਕਾਬੂ ਕੀਤਾ ਗਿਆ ਹੈ। ਮੁਲਜ਼ਮ ਨੂੰ ਕਾਬੂ ਕੀਤਾ ਗਿਆ ਤੇ ਇਸ ਦੇ ਕੋਲੋਂ 2.5 ਕਿਲੋ ਦੇ ਕਰੀਬ ਹੈਰੋਇਨ ਵੀ ਬਰਾਮਦ ਹੋਈ ਹੈ, ਕਰੀਬ 12 ਕਰੋੜ ਰੁਪਏ ਦੀ, 12.5 ਕਰੋੜ ਦੀ। ਤਾਂ ਵੱਡੀਆਂ ਗੱਡੀਆਂ ਦੇ ਉੱਤੇ ਲਗਾਉਂਦਾ ਸੀ। ਇਹ ਜਿਪਸੀ ਨਜ਼ਰ ਆ ਰਹੀ ਹੈ, ਆਮ ਤੌਰ ਤੇ ਪੁਲਿਸ ਵਾਲਿਆਂ ਦੇ ਕੋਲ ਹੁੰਦੀ ਹੈ। ਉਸ ਦੇ ਉੱਤੇ VIP ਸਟicker ਲੱਗਿਆ ਹੋਇਆ ਹੈ ਔਰ ਕੰਮ ਨਸ਼ੇ ਤਸਕਰੀ ਦੇ। ਔਰ ਇਹ ਵੀ ਕਾਬਿਲ ਗੌਰ ਹੈ ਕਿ ਕੁਝ ਗੱਡੀਆਂ ਜਿਹੜੀਆਂ ਬਰਾਮਦ ਹੋਈਆਂ ਨੇ ਉਸ ਦੇ ਸ਼ੀਸ਼ੇ ਬਿਲਕੁਲ ਕਾਲੇ ਸੀ, ਜੋ ਕਿ ਅਲਾਉਡ ਨਹੀਂ ਹੈ, ਉਸ ਦਾ ਵੀ ਚਲਾਨ ਹੁੰਦਾ ਹੈ। ਖੈਰ ਪੁਲਿਸ ਨੇ ਰੋਕਿਆ ਤੇ ਉਸ ਤੋਂ ਬਾਅਦ ਇਹ ਪੂਰਾ ਪਰਦਾਫਾਸ਼ ਹੋ ਗਿਆ। ਕੁੱਲ ਜਿਹੜੀ ਹੈਰੋਇਨ ਦੀ ਬਰਾਮਦਗੀ ਸਾਡੀ ਹੋ ਚੁੱਕੀ ਹੈ ਹੁਣ ਤੱਕ 2 ਕਿਲੋ ਤੇ 50 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਤੇ ਇਸ ਤੋਂ ਇਲਾਵਾ 8 ਲੱਖ ਜਿਹੜੀ ਡਰਗ ਮਨੀ ਉਹਦੇ ਕੋਲ ਅਸੀਂ ਕਵਰ ਕੀਤੀ ਹੈਗੀ ਹੈ, ਤੇ 8 ਵੱਖ-ਵੱਖ ਤਰ੍ਹਾਂ ਦੀਆਂ ਗੱਡੀਆਂ, 3 ਮੋਟਰਸਾਈਕਲ, 3 ਐਕਟਿਵਾ, ਇਹ ਹੁਣ ਤੱਕ ਬਰਾਮਦਗੀ ਇਹਦੇ ਕੋਲ ਹੋ ਚੁੱਕੀ ਹੈ। ਅਜੇ ਆਪਣੀ ਦਾ ਪੁਲਿਸ ਕਮਾਂਡ ਲਿਆ ਜਾ ਰਿਹਾ ਤੇ ਫਰਦਰ ਇਹ ਵੀ ਕੋਸ਼ਿਸ਼ ਕਰ ਰਹੇ। ਅਗਲੀ ਖਬਰ ਦਾ ਰੁਖ ਕਰਦੇ ਹਾਂ ਫਿਰੋਜ਼ਪੁਰ ਤੋਂ। ਅਗਲੀ ਖਬਰ ਹੈ ਫਿਰੋਜ਼ਪੁਰ ਦੇ ਕੁਦਵਾਲਾ ਦੇ ਵਿੱਚ ਪਿਓ ਪੁੱਤ ਦੀ ਲੜਾਈ 'ਚ ਗੋਲੀ ਚੱਲ ਪਈ ਤੇ ਇਸ ਗੋਲੀ ਦਾ ਸ਼ਿਕਾਰ ਹੋ ਗਿਆ ਪੋਤਾ, ਜਿਸ ਦੀ ਮੌਤ ਹੋ ਗਈ। ਜੀ ਹਾਂ, ਪੋਤਾ ਮਹਿਜ਼ 13 ਸਾਲ ਦਾ, ਜਿਸ ਦੀ ਛਾਤੀ ਤੇ ਗੋਲੀ ਵੱਜੀ ਤੇ ਉਸ ਥਾਂ ਹੀ ਉਸ ਦੀ ਮੌਤ ਹੋ ਗਈ। ਤੇ ਮਾਮਲਾ ਜ਼ਮੀਨ ਦੇ ਛੋਟੇ ਜਿਹੇ ਟੁਕੜੇ ਨੂੰ ਲੈ ਕੇ ਸ਼ੁਰੂ ਹੋਇਆ, ਜਿਸ ਤੋਂ ਬਾਅਦ ਮੁਲਜ਼ਮ ਨੇ ਆਪਣੇ ਪਿਤਾ ਤੇ ਬੰਦੂਕ ਤਾਣ ਦਿੱਤੀ, ਜਿਸ ਨੂੰ ਬਚਾਉਂਦਾ ਉਸ ਦਾ 13 ਸਾਲ ਦਾ ਜਵਾਕ ਆ ਗਿਆ, ਪਰ ਗੋਲੀ ਚੱਲਣ ਨਾਲ ਉਸ ਦੀ ਮੌਤ ਹੋ ਗਈ। ਅਸੀਂ ਘਰੇ ਪੋਤਾ ਮੇਰੇ ਨਾਲ ਹੀ ਕੰਮ ਕਰਦੇ ਆ ਘਰੇ। ਉਹ ਮਹੀਨਾ ਰਵੇ ਉੱਥੇ 15 ਦਿਨ ਰਵੇ, ਜਦੋਂ ਆਉਂਦਾ ਨਾ ਜਦੋਂ ਆ ਜਾ ਉਹਨੇ ਲੜਾਈ ਕਰਨਾ ਪੈਂਦਾ। ਸਾਨੂੰ 50 ਵਾਰੀ ਉਹਨੇ ਕੁੱਟਿਆ, ਇਹ ਪਰੀ ਨੇ ਕੁੱਟਿਆ, ਕੁੱਟ ਕੇ ਸਾਡੀ ਨਿਗਾਹ ਵੀ ਘਟ ਗਈ ਆ ਧੌਣਾ ਸੁੱਜ ਗਿਆ, ਆ ਇਹਨਾਂ ਕੁਸਨੇ ਮਾਰ ਦੇ ਖਿੱਚ ਕੇ। ਅੱਜ ਸਾਡਾ ਬੇੜਾ ਗਰਕ ਕਰ ਦਿੱਤਾ। ਉਧਰ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਲਾਇਸੈਂਸੀ ਦੁਨਾਲੀ ਨੂੰ ਵੀ ਕਬਜ਼ੇ ਦੇ ਵਿੱਚ ਲੈ ਲਿਆ ਹੈ। ਇਹ ਜ਼ਮੀਨੀ ਰੌਲਾ ਸੀਗਾ ਪਿਓ ਤੇ ਪੁੱਤਰ ਦੇ ਵਿੱਚ, ਜਿਹਦੇ ਵਿੱਚ ਇਹਦੀ ਪਰਮਜੀਤ ਦੇ ਬੇਟਾ ਮਹਿਕਪ੍ਰੀਤ ਸਿੰਘ ਦੀ ਡੈਥ ਹੋ ਗਈ। ਇਹਦੇ ਵਿੱਚ ਬਣਦੀ ਕਾਰਵਾਈ ਅਸੀਂ ਕਰ ਚੁੱਕੇ। ਪਰਮਜੀਤ ਅਰੈਸਟ ਹੈ। ਜਿਹੜਾ ਵੈਪਨ ਲਾਇਸੈਂਸੀ ਵੈਪਨ ਹੈ 12 ਬੋਰ ਡਬਲ ਬੈਰਲ ਗਨ ਹੈ, ਉਹ ਅਸੀਂ ਰਿਕਵਰ ਕਰ ਲਿਆ। ਹੁਣ ਜ਼ਮੀਨ ਨਾ ਤਾਂ ਪਿਓ ਵਾਹ ਸਕਦਾ ਹੈ ਅਤੇ ਨਾ ਹੀ ਉਸ ਦਾ ਪੁੱਤ, ਪਰ ਇਸ ਜ਼ਮੀਨ ਨੇ ਇੱਕ ਨੂੰ ਜੇਲ੍ਹ ਭੇਜ ਦਿੱਤਾ ਹੈ ਤੇ ਇੱਕ ਨੂੰ ਸ਼ਮਸ਼ਾਨ ਘਾਟ। ਤਾਂ ਹੁਣ ਜ਼ਮੀਨ ਕੌਣ ਵਾਹੇਗਾ, ਜਿਸ ਦੇ ਲਈ ਇਹ ਪੂਰੀ ਲੜਾਈ ਹੋਈ, ਝਗੜਾ ਹੋਇਆ, ਕਿਉਂਕਿ
ਪੋਤਾ ਵੀ ਉਹਨਾਂ ਦੀ ਦੁਨੀਆ ਦੇ ਵਿੱਚੋਂ ਜਾ ਚੁੱਕਾ ਹੈ। ਉਧਰ ਬਠਿੰਡਾ ਡੀਸੀ ਦਫ਼ਤਰ ਦੇ ਬਾਹਰ ਜੀਸੀਬੀ ਮਾਲਕਾਂ ਤੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਜੀਸੀਬੀ ਮਸ਼ੀਨਾਂ ਦੇ ਨਾਲ ਸੜਕ ਜਾਮ ਕਰ ਦਿੱਤੀ ਤੇ ਸੜਕ ਤੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਜੀਸੀਬੀ ਮਸ਼ੀਨਾਂ, ਟਰੈਕਟਰ, ਟਰਾਲੀਆਂ ਲੈ ਕੇ ਜੀਸੀਬੀ ਮਾਲਕ ਤੇ ਕਿਸਾਨ ਧਰਨੇ ਉੱਤੇ ਬੈਠ ਗਏ ਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ। ਅਸਲ 'ਚ ਪ੍ਰਦਰਸ਼ਨਕਾਰੀ ਜੀਸੀਬੀ ਮਾਲਕਾਂ ਤੇ ਕਿਸਾਨਾਂ ਦੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਹੁੰਦੇ ਪਰਚਿਆਂ ਤੋਂ ਪਰੇਸ਼ਾਨ ਨੇ। ਉਹਨਾਂ ਦਾ ਇਲਜ਼ਾਮ ਹੈ ਕਿ ਖੇਤ ਦੇ ਵਿੱਚ ਮਿੱਟੀ ਚੁੱਕਣ ਦੇ ਵੀ ਪ੍ਰਸ਼ਾਸਨ ਉਹਨਾਂ ਤੇ ਮਾਈਨਿੰਗ ਦਾ ਪਰਚਾ ਦਰਜ ਕਰ ਰਿਹਾ ਹੈ। ਮੰਗ ਇਹ ਕਰਦੇ ਆ ਜੀ, ਸਰਕਾਰ ਮਾਲਵੇ ਦੇ ਏਰੀਏ 'ਚ ਜਿਹੜੇ ਟਿੱਬੇ ਟੋਰੇ ਵਾਲੇ ਹਲਕੇ ਨੇ ਇਹਨਾਂ ਨੂੰ ਬਾਹਰ ਕੱਢੇ ਮਾਈਨਿੰਗ ਦੇ ਕਾਨੂੰਨ ਤੋਂ। ਜਿੱਥੇ ਦਰਿਆਈ ਏਰੀਆ ਉਹਨੂੰ ਕਾਨੂੰਨ 'ਚ ਰੱਖੇ ਤੇ ਪਰਚੇ ਰੱਦ ਕੀਤੇ ਜਾਣ, ਸਾਡੀ ਆ ਮੰਗ ਹੈ। ਇਸ ਦੌਰਾਨ ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਤੇ ਕੀਤੇ ਜਾ ਰਹੇ ਪਰਚੇ ਰੱਦ ਨਹੀਂ ਕੀਤੇ ਜਾਂਦੇ ਤਾਂ ਉਹਨਾਂ ਦੀ ਮਸ਼ੀਨਰੀ ਵਾਪਸ ਨਹੀਂ ਕੀਤੀ ਜਾਂਦੀ ਤਾਂ ਆਉਂਦੇ ਦਿਨਾਂ 'ਚ ਤਿੱਖਾ ਸੰਘਰਸ਼ ਵਿੱਢਣਗੇ। ਉਹ ਪਥਰਾਲੇ ਦੇ ਵਿੱਚ ਸਾਡੇ ਜ਼ਮੀਨ ਮਾਲਕ ਤੇ ਜੇਬੀਸੀ ਵਾਲੇ ਤੇ ਟਰਾਲੇ ਵਾਲੇ ਮਤਲਬ ਸਾਡੇ ਭਰਾਵਾਂ ਦੇ ਉੱਤੇ ਮਾਈਨਿੰਗ ਨਾਂ ਦਾ ਪਰਚਾ ਦਰਜ ਕਰਕੇ ਉਹ ਮਸ਼ੀਨਾਂ ਅੰਦਰ ਖੜੀਆਂ, ਸਾਰਾ ਕੁਝ ਉਹਦੇ ਰੋਸ ਵਜੋਂ ਪੰਜਾਬ ਸਰਕਾਰ ਤੇ ਗੱਲ ਪਹੁੰਚਾਉਣ ਦੇ ਲਈ ਅੱਜ ਅਸੀਂ ਬਠਿੰਡਾ ਡੀਸੀ ਸਾਹਿਬ ਦੇ ਦਫ਼ਤਰ ਮੂਹਰੇ ਆਏ ਆ। ਉਧਰ ਅੰਮ੍ਰਿਤਸਰ ਦੇ ਪਿੰਡ ਨਿਜ਼ਾਮਪੁਰਾ ਦੇ ਵਿੱਚ ਇੱਕ ਨੌਜਵਾਨ ਪਾਣੀ ਦੀ ਟੈਂਕੀ ਦੇ ਉੱਤੇ ਚੜ੍ਹ ਗਿਆ ਤੇ ਪ੍ਰਸ਼ਾਸਨ ਦੇ ਖਿਲਾਫ ਪ੍ਰਦਰਸ਼ਨ ਉਸ ਨੌਜਵਾਨ ਦੇ ਵੱਲੋਂ ਕੀਤਾ ਗਿਆ। ਮਾਮਲਾ ਕੇਸਾਂ ਤੇ ਖਕਾਰਾਂ ਦੀ ਬੇਅਦਬੀ ਦੇ ਰੋਸ ਦੇ ਵਜੋਂ ਧਰਮਿੰਦਰ ਸਿੰਘ ਨਿਜ਼ਾਮਪੁਰਾ ਪਾਣੀ ਵਾਲੀ ਟੈਂਕੀ ਦੇ ਉੱਤੇ ਚੜ੍ਹ ਗਿਆ। ਦਰਅਸਲ ਕੁਝ ਸਮਾਂ ਪਹਿਲਾਂ ਨਿਜ਼ਾਮਪੁਰਾ ਨੇ ਪੰਚਾਇਤ ਤੋਂ ਆਰਟੀਆਈ ਪਾ ਕੇ ਹਿਸਾਬ ਮੰਗਿਆ ਸੀ, ਜਿਸ ਤੋਂ ਬਾਅਦ ਸਰਪੰਚ ਤੇ ਕੁੱਟਮਾਰ ਅਤੇ ਕੇਸਾਂ ਦੀ ਬੇਅਦਬੀ ਦੇ ਇਲਜ਼ਾਮ ਲਗਾਏ ਗਏ ਸਨ ਤੇ ਪੁਲਿਸ ਦੇ ਉੱਤੇ ਵੀ ਕੋਈ ਕਾਰਵਾਈ ਨਾ ਕਰਨ ਦੇ ਉੱਤੇ ਟੈਂਕੀ ਤੇ ਚੜ੍ਹਨ ਦਾ ਇਲਜ਼ਾਮ ਹੈ। 31 ਤਰੀਕ ਨੂੰ ਜਿਹੜੀ ਵਾਕਿਆ ਹੋਇਆ ਉਹਦੇ ਨਾਲ ਕੁੱਟਮਾਰ ਕੀਤੀ ਗਈ, ਵਾਲਾਂ ਦੀ ਬੇਅਦਬੀ ਕੀਤੀ ਗਈ, ਉਹਦੇ ਵਾਲਾਂ ਤੋਂ ਬੜੇ ਬਹੁਤ ਖੀਰ ਆ ਗਿਆ ਵਾ। 8 ਬੰਦੇ ਆ, 4 ਮੈਂਬਰ ਆ, 5ਵਾਂ ਸਰਪੰਚ ਆ। ਉਧਰ ਪੁਲਿਸ ਵੀ ਮੌਕੇ ਤੇ ਪਹੁੰਚੀ। ਕਾਰਵਾਈ ਦਾ ਭਰੋਸਾ ਹੁਣ ਜ਼ਰੂਰ ਦਿੱਤਾ ਜਾ ਰਿਹਾ ਹੈ। ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜੋ ਵੀ ਅੱਗੇ ਦੀ ਡਿਮਾਂਡ ਹੋਵੇ ਉਸ ਦੇ ਅਕੋਰਡਿੰਗ ਜਿਹੜੀ ਹੈ ਵੀ ਸੀਨੀਅਰ ਅਫਸਰਾਂ ਨਾਲ ਗੱਲ ਕਰਕੇ ਉਹ ਮਸਲੇ ਸੌਟ ਆਊਟ ਕੀਤੇ ਜਾਣ। ਜਦੋਂ ਇਨਸਾਫ ਦੇ ਲਈ ਪਾਣੀ ਵਾਲੀ ਟੈਂਕੀ ਦੇ ਉੱਤੇ ਚੜ੍ਹਨਾ ਪਵੇ ਫਿਰ ਫਰਕ ਤਾਂ ਪੈਂਦਾ ਹੈ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਫਰੀਦਕੋਟ ਤੋਂ ਹੈ। ਫਰੀਦਕੋਟ ਦੀ ਇੱਕ ਮਹਿਲਾ ਆਪਣੇ ਘਰ ਦੇ ਵਿੱਚ 8 ਧੀਆਂ ਦੇ ਨਾਲ ਮੌਤ ਦੇ ਪਰਛਾਵੇਂ ਹੇਠਾਂ ਰਹਿਣ ਦੇ ਲਈ ਮਜਬੂਰ ਹੈ ਤੇ ਉਹ ਮੌਤ ਦਾ ਪਰਛਾਵਾਂ ਉਹਨਾਂ ਦਾ ਘਰ, ਜਿਸ ਦੀ ਹਾਲਤ ਖਸਤਾ ਹੋ ਚੁੱਕੀ ਹੈ। ਦਰਵਾਜ਼ਾ ਟੁੱਟਣ ਦੀ ਕਗਾਰ ਤੇ ਹੈ, ਕੰਧਾਂ ਤੇ ਛੱਤ ਡਿੱਗਣ ਨੂੰ ਤਿਆਰ ਨੇ। ਮੀਂਹ ਆਏ ਤੇ ਇਹ ਘਰ ਛੱਪੜ ਦਾ ਰੂਪ ਧਾਰਨ ਕਰ ਲੈਂਦਾ ਹੈ ਤੇ ਇਸ ਘਰ ਦੇ ਵਿੱਚ ਇੱਕ ਮਹਿਲਾ ਆਪਣੀਆਂ 8 ਧੀਆਂ ਦੇ ਨਾਲ ਰਹਿਣ ਦੇ ਲਈ ਮਜਬੂਰ ਹੈ ਤੇ ਮਹਿਲਾ ਦਾ ਕਹਿਣਾ ਹੈ ਕਿ ਪਤੀ ਦੀ 4 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਹੁਣ ਆਮਦਨ ਦਾ ਕੋਈ ਸਾਧਨ ਨਹੀਂ। ਮੇਰੇ 8 ਕੁੜੀਆਂ ਨੇ, ਮੇਰੇ ਘਰ ਬਹੁਤ ਖਰਾਬ ਹੈ ਜੀ। ਮੀਂਹ ਬਰਸਾਤ 'ਚ ਮੈਂ ਬਹੁਤ ਔਖੀ ਹੁੰਦੀ ਹਾਂ। ਮੇਰੇ ਘਰ ਵਾਲੇ ਨੂੰ ਜੀ 4 ਸਾਲ ਹੋ ਗਏ ਪੂਰੇ ਹੋਇਆਂ ਨੂੰ। ਮੇਰੀ ਬਹੁਤ ਜ਼ਿਆਦਾ ਕੰਡੀਸ਼ਨ ਘਰ ਦੀ ਖਰਾਬ ਹੈ। ਉਧਰ ਸਾਬਕਾ ਐਮਸੀ ਨੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਕਿ ਇਹਨਾਂ ਦੀ ਮਦਦ ਕੀਤੀ ਜਾਵੇ। ਮੇਰੀ ਰਿਕੁਐਸਟ ਆ, ਜੇ ਨਹੀਂ ਹੁੰਦਾ ਅਸੀਂ 15 ਦਿਨ ਤੱਕ ਦੇਖਦੇ ਪਏ ਹਾਂ, 20 ਦਿਨ ਤੱਕ ਦੇਖਾਂਗੇ। ਜੇ ਇਹਦਾ ਕੋਈ ਕਾਗਜ਼ੀ ਕਾਰਵਾਈ ਜਿਵੇਂ ਵੀ ਹੋਊਗਾ ਅਸੀਂ ਕਰਾਂਗੇ, ਆਪਦੇ ਵੱਲੋਂ ਪੂਰਾ ਜ਼ੋਰ ਲਾਵਾਂਗੇ। ਨਹੀਂ ਹੁੰਦੀ ਨਾ ਤੇ ਅਸੀਂ ਸਮਰਥਨ ਲੋਕਾਂ ਤੋਂ ਲੈ ਕੇ ਇਹਨਾਂ ਦੀ ਜੋ ਹੈਲਪ ਬਣਦੀ ਹੋਈ ਕਰਾਂਗੇ। ਅੱਗੇ ਕਰਦੇ ਆਏ ਆ, ਕਰਦੇ ਰਵਾਂਗੇ। 8 ਕੁੜੀਆਂ ਦੇ ਵਿੱਚੋਂ 2 ਕੁੜੀਆਂ ਦਾ ਵਿਆਹ ਲੋਕਾਂ ਦੀ ਮਦਦ ਦੇ ਨਾਲ ਹੋ ਚੁੱਕਾ ਹੈ, ਪਰ ਬਾਕੀ ਕੁੜੀਆਂ ਅਤੇ ਮਾਂ ਦੀ ਜਾਨ ਕੜਕੀ 'ਚ ਹੈ ਤੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਕਿ ਘਰ ਦੀ ਮੁਰੰਮਤ ਕਰਵਾਈ ਜਾ ਸਕੇ। ਅਗਲੀ ਖਬਰ ਲੁਧਿਆਣਾ ਤੋਂ। ਲੁਧਿਆਣਾ ਸਟੇਸ਼ਨ ਦੇ ਉੱਤੇ ਇੱਕ ਵੱਡਾ ਹਾਦਸਾ ਵਾਪਰਿਆ, ਜਿੱਥੇ ਇੱਕ ਬਜ਼ੁਰਗ ਟ੍ਰੇਨ ਦੇ ਉੱਤੇ ਚੜ੍ਹਦਾ ਡਿੱਗ ਪਿਆ ਤੇ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ। ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਟ੍ਰੇਨ ਚੱਲੀ ਤੇ ਕਈ ਲੋਕ ਚਲਦੀ ਗੱਡੀ ਦੇ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰਦੇ ਨੇ। ਇਹਨਾਂ ਨੂੰ ਇੱਕ ਬਜ਼ੁਰਗ ਗੱਡੀ ਦੇ ਉੱਤੇ ਚੜ੍ਹਨ ਲੱਗਦਾ ਹੈ, ਪਰ ਪੈਰ ਤਿਲਕਣ ਦੀ ਵਜ੍ਹਾ ਨਾਲ ਬਜ਼ੁਰਗ ਟ੍ਰੇਨ ਤੋਂ ਹੇਠਾਂ ਡਿੱਗ ਜਾਂਦਾ ਹੈ। ਟ੍ਰੇਨ ਦੇ ਵਿੱਚ ਮੌਜੂਦ ਕਿਸੇ ਨੇ ਚੇਨ ਖਿੱਚੀ ਤੇ ਟ੍ਰੇਨ ਕੁਝ ਦੇਰ ਅੱਗੇ ਜਾ ਕੇ ਰੁਕਦੀ ਹੈ ਤੇ ਉੱਥੇ ਖੜੇ ਲੋਕ ਤੇ ਪ੍ਰਸ਼ਾਸਨਿਕ ਅਧਿਕਾਰੀ ਉਸ ਨੂੰ ਗੱਡੀ ਦੇ ਥੱਲਿਓਂ ਕੱਢਦੇ ਨੇ। ਰਾਹਤ ਦੀ ਗੱਲ ਰਹੀ ਕਿ 85 ਸਾਲਾ ਬਜ਼ੁਰਗ ਦੀ ਜਾਨ ਬਚ ਗਈ। ਕਿਹਾ ਜਾਂਦਾ ਹੈ ਕਿ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਤੇ ਇਹ ਬੋਲ ਸੱਚ ਵੀ ਹੋ ਗਏ ਤੇ ਟ੍ਰੇਨ ਦੇ 7 ਡੱਬੇ ਲੰਘਣ ਤੋਂ ਬਾਅਦ ਵੀ ਇਸ ਬਜ਼ੁਰਗ ਦੀ ਜਾਨ ਬਚ ਗਈ। ਖੈਰ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਸਬਕ ਇਹ ਵੀ ਹੈ ਕਿ ਕਿਹਾ ਜਾਂਦਾ ਹੈ ਦੁਰਘਟਨਾ ਤੋਂ ਦੇਰ ਭਲੀ, ਕਿਉਂਕਿ ਚਲਦੀ ਗੱਡੀ ਦੇ ਵਿੱਚ ਚੜ੍ਹਨਾ ਸਿਰਫ ਖਤਰਨਾਕ ਨਹੀਂ ਬਲਕਿ ਤੁਹਾਡੀ ਜਾਨ ਦੇ ਉੱਤੇ ਵੀ ਭਾਰੀ ਪੈ ਸਕਦਾ ਹੈ ਤੇ ਹਰ ਕੋਈ ਇਸ 85 ਸਾਲ ਦੇ ਬਜ਼ੁਰਗ ਜਿੰਨਾ ਖੁਸ਼ਕਿਸਮਤ ਨਹੀਂ ਹੁੰਦਾ। ਖੈਰ ਜਦੋਂ ਅਣਗਹਿਲੀ ਕੀਤੀ ਜਾਵੇ, ਹਾਦਸੇ ਨੂੰ ਧਿਆਨ ਦੇ ਵਿੱਚ ਨਾ ਰੱਖਿਆ ਜਾਵੇ, ਫਿਰ ਫਰਕ ਤਾਂ ਪੈਂਦਾ ਹੈ।
ਉਧਰ ਅੰਮ੍ਰਿਤਸਰ ਦੇ ਵਿੱਚ ਪੈਟਰੋਲ ਪੰਪ ਦੇ ਉੱਤੇ ਗੁੰਡਾਗਰਦੀ ਵੇਖਣ ਨੂੰ ਮਿਲੀ, ਜਿੱਥੇ ਪੰਪ ਦੇ ਕਰਿੰਦੇ ਦਾ ਸਿਰ ਪਾੜ ਦਿੱਤਾ ਗਿਆ ਤੇ ਸੀਸੀਟੀਵੀ ਦੇ ਵਿੱਚ ਕੈਦ ਗੁੰਡਾਗਰਦੀ ਦਾ ਕਾਰਨ ਮਹਿਜ਼ 20 ਰੁਪਏ ਹੈ। ਜੀ ਹਾਂ, 20 ਰੁਪਏ ਦਾ ਪੈਟਰੋਲ ਇਹ ਸਾਰੀ ਗੁੰਡਾਗਰਦੀ ਦੀ ਵਜ੍ਹਾ ਬਣੀ, ਜਿੱਥੇ ਪੰਪ ਦੇ ਉੱਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ 20 ਰੁਪਏ ਦਾ ਤੇਲ ਪਵਾਇਆ ਤੇ ਬਾਅਦ ਦੇ ਵਿੱਚ ਉਹ ਵੀ ਨਹੀਂ ਦਿੱਤੇ, ਜਿਸ ਨੂੰ ਲੈ ਕੇ ਬਹਿਸ ਹੋ ਗਈ ਤੇ ਫਿਰ ਪੈਟਰੋਲ ਪੰਪ ਮੁਲਾਜ਼ਮ ਦਾ ਸਿਰ ਪਾੜ ਦਿੱਤਾ ਗਿਆ। ਇੱਕ ਮੁੰਡੇ ਦੇ ਸਿਰ 'ਚ ਕੋਈ ਕੜਾ ਕੁੜਾ ਵੱਜਾ, ਜਿਹਦਾ ਮੈਡੀਕਲ ਕਰਵਾਇਆ ਵਾ, ਰਿਪੋਰਟ ਆਉਣ ਤੋਂ ਬਾਅਦ ਜਿਹੜੀ ਕਾਰਵਾਈ ਜਿਹੜੀ ਬੰਦੀ ਕਰ ਦਿੱਤੀ ਹੈ। ਉਧਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ, ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਨੂੰ ਤੇਲ ਪਾਇਆ ਤੇ ਮੈਂ ਪੁੱਛਿਆ ਜੀ ਖੁੱਲੇ ਹੈਗੇ, ਕਹਿੰਦੇ ਨਹੀਂ, ਨਾ ਵੀ ਨਾ ਨਹੀਂ ਦੇਵਾਂਗੇ, ਹੋਰ ਕੀ ਹੋਣਾ, ਮੈਨੂੰ ਐਵੇਂ ਨਹੀਂ ਦੋਗੇ ਗਾੜੀ, ਉਹਨਾਂ ਨੇ ਚੰਡ ਮਾਰਤੀ। ਜੇ 20 ਰੁਪਏ ਦਾ ਕੋਈ ਤੇਲ ਪਵਾਵੇ ਤੇ ਉਹ 20 ਰੁਪਏ ਵੀ ਨਾ ਦੇਵੇ ਤੇ ਉਤੋਂ ਕਰਿੰਦੇ ਦਾ ਸਿਰ ਵੀ ਪਾੜ ਦਿੱਤਾ ਜਾਵੇ, ਫਿਰ ਫਰਕ ਤਾਂ ਪੈਂਦਾ ਹੈ। 20 ਰੁਪਏ ਦਾ ਪੈਟਰੋਲ ਪਾਉਣ ਪਹੁੰਚਿਆ ਕੋਈ ਨੌਜਵਾਨ ਜਾਂ ਨੌਜਵਾਨ ਇੱਕ ਬਾਈਕ ਦੇ ਉੱਤੇ, ਤਾਂ ਇਹ ਵੀ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਆਖਿਰ 20 ਰੁਪਏ ਦੇ ਪੈਟਰੋਲ ਦੇ ਨਾਲ ਉਸ ਦੀ ਬਾਈਕ ਪਹੁੰਚੇਗੀ ਕਿੱਥੇ ਤੱਕ, ਘਰ ਤੱਕ ਪਹੁੰਚੇਗੀ। ਖੈਰ, ਇਹ ਵੀ ਕਾਬਿਲ ਗੌਰ ਹੈ ਕਿ ਉਹ 20 ਰੁਪਏ ਵੀ ਨਾ ਦੇਣ ਦੇ ਇਲਜ਼ਾਮ ਲੱਗ ਰਹੇ ਨੇ। ਅਗਲੀ ਖਬਰ ਦਾ ਰੁਖ ਕਰਦੇ ਹਾਂ ਦਿਨਕਰ ਗੁਪਤਾ। ਜੀ ਹਾਂ, ਦਿਨਕਰ ਗੁਪਤਾ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ। ਦਿਨਕਰ ਗੁਪਤਾ ਨੂੰ NIA ਦਾ DG ਲਗਾ ਦਿੱਤਾ ਗਿਆ। ਪੰਜਾਬ ਦੇ ਸਾਬਕਾ DGP ਨੇ ਦਿਨਕਰ ਗੁਪਤਾ ਔਰ ਡੈਪੂਟੇਸ਼ਨ ਤੇ ਕੇਂਦਰ ਦੇ ਵਿੱਚ ਦਿਨਕਰ ਗੁਪਤਾ ਨੇ ਤੇ ਉਹਨਾਂ ਨੂੰ ਹੁਣ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। NIA ਦਾ DG ਲਗਾ ਦਿੱਤਾ ਗਿਆ ਹੈ, ਡਾਇਰੈਕਟਰ ਜਨਰਲ ਲਗਾ ਦਿੱਤਾ ਗਿਆ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦਾ। ਔਰ ਦਿਨਕਰ ਗੁਪਤਾ ਨੇ ਵੱਡੀ ਜ਼ਿੰਮੇਵਾਰੀ ਤੁਸੀਂ ਕਹਿ ਸਕਦੇ ਹੋ, ਕਿਉਂਕਿ ਪੰਜਾਬ ਦੇ DGP ਰਹੇ ਨੇ। ਜਦੋਂ ਸਰਕਾਰਾਂ ਚੇਂਜ ਹੋਈਆਂ ਤਾਂ ਫਿਰ ਦਿਨਕਰ ਗੁਪਤਾ ਦੀ ਕੁਰਸੀ ਵੀ ਚਲੀ ਗਈ ਔਰ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਕਰੀਬੀ ਕਹੇ ਜਾਂਦੇ ਸੀ ਦਿਨਕਰ ਗੁਪਤਾ। ਉਹਨਾਂ ਦੇ ਸਮੇਂ ਪੰਜਾਬ ਦੇ ਪੁਲਿਸ ਮਹਿਕਮੇ ਨੂੰ ਉਹਨਾਂ ਦੇ ਵੱਲੋਂ ਸੰਭਾਲਿਆ ਜਾ ਰਿਹਾ ਸੀ ਤੇ ਉਹਨਾਂ ਦੀ ਨਿਯੁਕਤੀ ਜਦੋਂ ਹੁੰਦੀ ਹੈ DGP ਦੇ ਤੌਰ ਦੇ ਉੱਤੇ, ਤਾਂ ਉਸ ਨੂੰ ਵੀ ਕਈ ਹੋਰ ਜਿਹੜੇ ਉਹਨਾਂ ਦੇ ਪੈਰਲਰ ਅਧਿਕਾਰੀ ਸੀ ਜਿਨ੍ਹਾਂ ਦੇ ਵੱਲੋਂ ਇਸ ਦਾਅਵੇਦਾਰੀ ਦੇ ਲਈ, ਇਸ ਪੋਸਟ ਦੇ ਲਈ, DGP ਦੇ ਪੋਸਟ ਦੇ ਲਈ ਦਾਅਵੇਦਾਰੀ ਕੀਤੀ ਜਾ ਰਹੀ ਸੀ, ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਸਨ। ਖੈਰ, DGP ਪੰਜਾਬ ਦੇ ਰਹੇ ਪਰ ਸਰਕਾਰਾਂ ਬਦਲੀਆਂ ਤਾਂ ਦਿਨਕਰ ਗੁਪਤਾ ਦੀ DGP ਵਾਲੀ ਕੁਰਸੀ ਚਲੀ ਗਈ। ਉਹਨਾਂ ਨੂੰ ਡੈਪੂਟੇਸ਼ਨ ਦੇ ਉੱਤੇ ਕੇਂਦਰ ਦੇ ਵਿੱਚ ਭੇਜ ਦਿੱਤਾ ਗਿਆ ਤੇ ਹੁਣ ਇੱਕ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਮਿਲੀ ਹੈ। NIA ਦਾ DG ਲਗਾ ਦਿੱਤਾ ਗਿਆ। ਤਾਂ NIA ਨੂੰ ਨਵਾਂ DG ਮਿਲਣ ਜਾ ਰਿਹਾ ਦਿਨਕਰ ਗੁਪਤਾ ਦੇ ਤੌਰ ਦੇ ਉੱਤੇ ਤੇ ਉਧਰ NIA ਦੇ ਐਕਸ਼ਨ ਵੀ ਲਗਾਤਾਰ ਜਾਰੀ ਨੇ। ਕਰਨਾਲ ਦੇ ਜ਼ਬਤ IED ਮਾਮਲੇ ਦੇ ਵਿੱਚ NIA ਨੇ ਪੰਜਾਬ ਦੇ ਵਿੱਚ 7 ਥਾਵਾਂ ਦੇ ਉੱਤੇ ਛਾਪਾ ਮਾਰਿਆ ਅਤੇ ਦਹਿਸ਼ਤਗਰਦ ਰਿੰਦਾ ਦੇ ਨਾਲ ਜੁੜੇ ਦਸਤਾਵੇਜ਼ ਜ਼ਬਤ ਕੀਤੇ ਨੇ। ਲੁਧਿਆਣਾ, ਫਿਰੋਜ਼ਪੁਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਵਿੱਚ 7 ਥਾਵਾਂ ਦੀ ਤਲਾਸ਼ੀ ਦੇ ਦੌਰਾਨ NIA ਨੇ ਪਾਕਿਸਤਾਨ ਦੇ ਵਿੱਚ ਬੈਠੇ ਦਹਿਸ਼ਤਗਰਦ ਹਰਵਿੰਦਰ ਸਿੰਘ ਉਰਫ ਰਿੰਦਾ ਦੇ ਨਾਲ ਸੰਬੰਧਿਤ ਦਸਤਾਵੇਜ਼ ਅਤੇ ਡਿਜੀਟਲ ਇਕਵਿਪਮੈਂਟ ਜ਼ਬਤ ਕੀਤੇ ਨੇ। ਜਾਂਚ ਦੇ ਦੌਰਾਨ ਪਤਾ ਲੱਗਿਆ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਪਾਕਿਸਤਾਨ ਦੇ ਵਿੱਚ ਮੌਜੂਦ ਆਪਰੇਟਿਵ ਹਰਵਿੰਦਰ ਸਿੰਘ ਉਰਫ ਰਿੰਦਾ ਨੇ ਦਹਿਸ਼ਤਗਰਦੀ ਹਮਲੇ ਨੂੰ ਅੰਜਾਮ ਦੇਣ ਦੇ ਲਈ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਇਸ਼ਾਰੇ ਉੱਤੇ ਵਿਸਫੋਟਕ ਹਥਿਆਰ ਅਤੇ ਗੋਲਾ ਬਾਰੂਦ ਦੀ ਡਿਲੀਵਰੀ ਭਾਰਤ ਦੇ ਵਿੱਚ ਕਰਵਾਈ ਸੀ। ਇਸ ਇਤਲਾਹ ਦੇ ਆਧਾਰ ਦੇ ਉੱਤੇ ਪੰਜਾਬ ਦੇ ਲੁਧਿਆਣਾ, ਫਿਰੋਜ਼ਪੁਰ ਅਤੇ ਗੁਰਦਾਸਪੁਰ ਦੇ ਵਿੱਚ 7 ਥਾਵਾਂ ਦੇ ਉੱਤੇ ਰੇਡ ਮਾਰੀ ਗਈ, ਜਿਸ ਦੇ ਵਿੱਚ ਡਿਜੀਟਲ ਇਕਵਿਪਮੈਂਟਸ, ਵਿੱਤੀ ਲੈਣ ਦੇਣ ਅਤੇ ਜਾਇਦਾਦ ਦੇ ਨਾਲ ਸੰਬੰਧਿਤ ਦਸਤਾਵੇਜ਼ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਹੋਈ ਹੈ। ਤਾਂ NIA ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ, ਕਿਉਂਕਿ 4 ਦਹਿਸ਼ਤਗਰਦ ਕਰਨਾਲ ਤੋਂ ਗ੍ਰਿਫਤਾਰ ਕੀਤੇ ਗਏ ਸੀ, ਹਥਿਆਰ ਵੀ ਉਹਨਾਂ ਤੋਂ ਬਰਾਮਦ ਹੋਏ ਸੀ। ਰਿੰਦਾ ਦੇ ਨਾਲ ਸਿੱਧੇ ਤੌਰ ਦੇ ਉੱਤੇ ਤਾਲੁਕ ਨਜ਼ਰ ਆ ਰਹੇ ਨੇ। ਉਧਰ ਖਬਰ ਸ਼ਿਮਲਾ ਤੋਂ। ਸ਼ਿਮਲਾ ਦੇ ਮਾਲ ਰੋਡ ਦੇ ਉੱਤੇ ਇੱਕ ਮਹਿਲਾ ਨੇ ਨੌਜਵਾਨ ਦੀ ਜੰਮ ਕੇ ਕੁੱਟਮਾਰ ਕੀਤੀ, ਉਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ। ਥਾਂ ਮਾਲ ਰੋਡ ਸ਼ਿਮਲਾ ਤੇ ਸੜਕ ਤੇ ਇੱਕ ਪਾਸੇ ਪੁਲਿਸ ਦੀ ਗੱਡੀ ਖੜੀ ਹੈ ਤੇ ਇੱਕ ਪਾਸੇ ਮਹਿਲਾ ਪਹਿਲਾਂ ਤਾਂ ਨੌਜਵਾਨ ਨੂੰ ਗਾਲਾਂ ਕੱਢ ਰਹੀ ਹੈ, ਫਿਰ ਉਸ ਨੌਜਵਾਨ ਦੇ ਥੱਪੜ ਜੜਦੀ ਹੈ। ਉਸ ਸਮੇਂ ਕੋਲ ਖੜੀ ਪੁਲਿਸ ਦੀ ਗੱਡੀ 'ਚ ਪੁਲਿਸ ਦਾ ਮੁਲਾਜ਼ਮ ਉਤਰਦਾ ਤੇ ਮਹਿਲਾ ਨੂੰ ਰੋਕਦਾ, ਪਰ ਮਹਿਲਾ ਨਹੀਂ ਰੁਕਦੀ। ਕਦੇ ਥੱਪੜ ਮਾਰਦੀ ਹੈ ਤੇ ਕਦੇ ਉਸ ਦੀ ਸ਼ਰਟ ਖਿੱਚਦੀ ਹੈ। ਅਜੇ ਪੁਲਿਸ ਮੁਲਾਜ਼ਮ ਮਹਿਲਾ ਨੂੰ ਸਮਝਾ ਹੀ ਰਿਹਾ ਸੀ ਕਿ ਇਹਨਾਂ ਨੂੰ ਮਹਿਲਾ ਨੇ ਉਸ ਨੌਜਵਾਨ ਨੂੰ ਫੜ ਕੇ ਲੱਤਾਂ ਮਾਰਨੀਆਂ ਵੀ ਸ਼ੁਰੂ ਕਰ ਦਿੱਤੀਆਂ। ਫਿਲਹਾਲ ਮਹਿਲਾ ਨੇ ਕੁੱਟਮਾਰ ਕਿਉਂ ਕੀਤੀ ਇਹ ਪਤਾ ਨਹੀਂ ਲੱਗ ਸਕਿਆ। ਵੀਡੀਓ 'ਚ ਮਹਿਲਾ ਛੇੜਛਾੜ ਕਰਨ ਦੀ ਗੱਲ ਜ਼ਰੂਰ ਕਹਿੰਦੀ ਨਜ਼ਰ ਆਈ। ਤਾਂ ਛੇੜਛਾੜ ਦਾ ਮਾਮਲਾ ਜ਼ਰੂਰ ਇਸ ਨੂੰ ਕਿਹਾ ਜਾ ਰਿਹਾ ਹੈ, ਪਰ ਸ਼ਰੇ ਬਾਜ਼ਾਰ ਜ਼ਰੂਰ ਕੁੱਟਮਾਰ ਕਰ ਦਿੱਤੀ ਗਈ ਇਸ ਨੌਜਵਾਨ ਦੀ। ਉਧਰ ਜਲੰਧਰ ਨੇੜੇ ਕਰਤਾਰਪੁਰ ਦੇ ਕੋਲ 3 ਲੁਟੇਰਿਆਂ ਨੇ ਬੰਦੂਕ ਦੀ ਨੋਕ ਦੇ ਉੱਤੇ ਫਿਲਮੀ ਸਟਾਈਲ ਦੇ ਵਿੱਚ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਤੇ ਪਹਿਲਾਂ ਗੱਡੀ ਦੇ ਟਾਇਰ ਪਾੜੇ ਤੇ ਫਿਰ ਲੁਟੇਰੇ ਆਏ ਮਦਦ ਦੇ ਲਈ। ਸਟੈਪਨੀ ਲਗਵਾਈ ਅਤੇ ਫਿਰ ਕਾਰ ਸਵਾਰ ਫੈਮਿਲੀ ਕਾਰ ਦੇ ਵਿੱਚ ਬੈਠਦੀ ਹੈ ਤੇ ਮਦਦ ਕਰਨ ਵਾਲੇ ਤਿੰਨੇ ਜਣੇ ਆਪਣਾ ਮਿਹਨਤਨਾਮਾ ਮੰਗਦੇ ਨੇ ਤੇ ਕਾਰ ਸਵਾਰ 300 ਰੁਪਏ ਸ਼ੁਕਰਾਨੇ ਵਜੋਂ ਦੇ ਦਿੰਦਾ ਹੈ। ਪਰ ਜਦੋਂ ਗੱਡੀ ਚਲਾਉਣ ਲੱਗਦੇ ਨੇ ਤਾਂ ਮਦਦ ਕਰਨ ਵਾਲੇ ਪਿਸਤੌਲ ਮੱਥੇ ਦੇ ਉੱਤੇ ਲਗਾ ਦਿੰਦੇ ਨੇ ਤੇ ਪਰਿਵਾਰ ਤੋਂ ਨਕਦੀ ਅਤੇ ਗਹਿਣੇ ਖੋਹ ਕੇ ਫਰਾਰ ਹੋ ਜਾਂਦੇ ਨੇ। ਦੂਜਾ ਟਾਇਰ ਪਾਣ ਲੱਗੇ ਸੀ ਨਾ ਤਾਂ ਪ੍ਰੋਬਲਮ ਹੋ ਰਿਹਾ ਸੀ, ਤਾਂ ਜੈਕ ਥੋੜਾ ਕੁਝ ਪ੍ਰੋਬਲਮ ਹੋ ਗਿਆ ਸੀ ਜੈਕ ਦਾ, ਤਾਂ ਉਹਨੇ ਆ ਕੇ ਥੋੜਾ ਹੈਲਪ ਕੀਤਾ ਜੈਕ ਨਾਲ ਕਿ ਗੱਡੀ ਥੋੜੀ ਹੋਰ ਉਠਾਉਣ ਵਾਸਤੇ। ਉਹ ਨਹੀਂ, ਉਹਦੇ ਬਾਅਦ ਫਿਰ ਅਸੀਂ ਲਾਗਾ ਕਿ ਅਸੀਂ ਬੈਠਣ ਲੱਗੇ ਗੱਡੀ 'ਚ, ਤਾਂ ਉਹ ਕਹਿੰਦੇ ਸਾਨੂੰ ਕੁਝ ਬਖਸ਼ਿਸ਼ ਦੇ ਦਿਓ ਕਿ ਹਾਂ ਲੈ ਲਓ। ਮੈਂ ਆਪਣਾ ਪਾਕਟ 200 ਰੁਪਏ ਕੱਢ ਕੇ ਦਿੱਤਾ, ਕਹਿੰਦੇ ਨਹੀਂ 200 ਨਹੀਂ ਚਾਹੀਦਾ ਹੋਰ ਦਿਓ। ਤਾਂ ਚਲ ਮੈਂ ਕਿਹਾ ਚਲ ਹੋਰ 100 ਦੇ ਦਿੱਤਾ। 100 ਦੇ ਕੇ ਫਿਰ ਬੇਟਾ ਮੇਰਾ ਡਰਾਈਵਰ ਸੀਟ ਬੈਠ ਕੇ ਸਟਾਰਟ ਕਰਨ ਲੱਗਿਆ, ਤਾਂ ਉਹ ਕਹਿੰਦਾ ਕਿ ਉਹਨੇ ਗੱਡੀ ਦੀ ਚਾਬੀ ਕੱਢ ਲਈ। ਫਿਰ ਉਹਨੇ ਰਿਵਾਲਵਰ ਕੱਢਿਆ, ਉਹਦੇ ਉੱਤੇ ਰੱਖਿਆ। ਫਿਰ ਇਹ ਲੁੱਟ ਜਲੰਧਰ ਦੇ ਨੇੜੇ ਹੋਈ। ਲੁੱਟ ਦਾ ਸ਼ਿਕਾਰ ਵੀ ਜਲੰਧਰ ਦਾ ਕਾਉਂਸਲਰ ਸ਼ੈਰੀ ਚੱਡਾ ਅਤੇ ਉਹਨਾਂ ਦੀ ਭੈਣ ਹੋਈ ਹੈ, ਜੋ ਕੋਲਕਾਤਾ ਤੋਂ ਆਪਣੇ ਪਰਿਵਾਰ ਦੇ ਨਾਲ ਅੰਮ੍ਰਿਤਸਰ ਆਏ ਸਨ। ਬੱਚੀ ਆਈ ਆਪਣੇ ਪਰਿਵਾਰ ਨਾਲ ਗੁਰੂ ਘਰ ਨਾਲ ਮੱਥਾ ਟੇਕ ਕੇ ਆ ਰਹੀ ਹੈ ਵਿਚਾਰੀ, ਤੇ ਦੇਖੋ ਰਾਹ 'ਚ ਹਾਲ ਕੀ ਕਰਤਾ, ਉਹਦਾ ਸਾਰਾ ਕੁਝ ਖੋਲਿਆ। ਗਾਂ ਤੋਂ ਪੰਜਾਬ ਆਣਗੇ, ਕਿੱਥੋਂ ਜਾਣੇ ਗਾਂ ਪੰਜਾਬ। ਪੁਲਿਸ ਵੀ ਮੌਕੇ ਤੇ ਪਹੁੰਚੀ ਤਾਂ ਬਿਆਨਾਂ ਦੇ ਆਧਾਰ ਤੇ ਜਾਂਚ ਸ਼ੁਰੂ ਕੀਤੀ ਗਈ ਹੈ। ਮੇਰੇ ਨਾਲ ਇਹਨਾਂ ਦੀ ਇਦਾਂ ਦੀ ਕੋਈ ਗੱਲ ਨਹੀਂ ਹੋਈ ਜੀ। ਨਾ ਸਿੰਪਲ ਕਹਿ ਸਾਡੀ ਗੱਡੀ ਪੈਂਚਰ ਹੋਈ ਸੀਗੀ, ਪਹਿਲਾਂ ਉਹਨਾਂ ਨੇ ਹੈਲਪ ਕੀਤੀ ਇਹਨਾਂ ਦੀ, ਉਦੋਂ ਬਾਅਦ ਚ ਜਦੋਂ ਤੁਰ ਲੱਗੇ ਆ ਉਦੋਂ ਉਹਨਾਂ ਚਾਬੀ ਕੱਢ ਕੇ ਤੇ ਇਹ ਕੋਈ ਗੱਲ ਨਹੀਂ। ਜਲੰਧਰ ਲੁਟੇਰਿਆਂ ਦਾ ਗੜ ਬਣਿਆ ਹੋਇਆ ਹੈ ਤੇ ਇੱਥੇ ਆਏ ਦਿਨ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ, ਪਰ ਪੁਲਿਸ ਦੇ ਕੋਲ ਸਿਰਫ ਜਾਂਚ ਦਾ ਭਰੋਸਾ ਹੀ ਸੁਣਨ ਨੂੰ ਮਿਲਦਾ ਹੈ। ਤਾਂ ਪੁਲਿਸ ਜਾਂਚ ਦੀ ਗੱਲ ਤਾਂ ਜ਼ਰੂਰ ਕਰ ਰਹੀ ਹੈ, ਪਰ ਹਾਈਵੇ ਗੈਂਗ ਜਿੰਨੇ ਸਰਗਰਮ ਨਜ਼ਰ ਆਉਂਦੇ ਨੇ, ਲੋਕਾਂ ਦੇ ਵਿੱਚ ਦਹਿਸ਼ਤ ਤਾਂ ਜ਼ਰੂਰ ਹੁੰਦੀ ਹੈ, ਕਿਉਂਕਿ ਪੰਜਾਬ ਦੇ ਵਿੱਚ ਰਾਤ ਦੇ ਸਮੇਂ ਵੀ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਜਾਣਾ ਹੋਵੇ ਆਮ ਤੌਰ ਤੇ ਕਿਸੇ ਨੂੰ ਚਿੰਤਾ ਨਹੀਂ ਹੁੰਦੀ, ਪਰ ਜਦੋਂ ਅਜਿਹੀਆਂ ਘਟਨਾਵਾਂ ਆਪਾਂ ਸੁਣਦੇ ਹਾਂ ਕਿ ਕਿਸੇ ਨੂੰ ਲੁੱਟ ਲਿਆ ਗਿਆ ਬੰਦੂਕ ਦੀ ਨੋਕ ਦੇ ਉੱਤੇ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਰਾਵੀ ਦਰਿਆ ਦੇ ਉੱਤੇ ਪਹੁੰਚੇ ਤੇ ਜਾਇਜ਼ਾ ਲਿਆ ਗਿਆ ਉੱਥੇ ਹੋ ਰਹੀ ਮਾਈਨਿੰਗ। ਤੇ ਮੰਤਰੀ ਸਾਹਿਬ ਉੱਥੇ ਵੀ ਪਹੁੰਚੇ ਜਿੱਥੇ ਸਾਬਕਾ ਵਿਧਾਇਕ ਦੇ ਕਹਿਣ ਦੇ ਉੱਤੇ ਮਾਈਨਿੰਗ ਹੋ ਰਹੀ ਸੀ ਤੇ ਰਾਵੀ ਦਰਿਆ ਤੇ ਕੀਤੀ ਜਾ ਰਹੀ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਤੇ ਸ਼ਿਕੰਜਾ ਕੱਸਣ ਦੀ ਗੱਲ ਕਹੀ। ਮੰਤਰੀ ਕਟਾਰੂ ਚੱਕ ਨੇ ਕਿਹਾ ਕਿ ਸਰਕਾਰ ਛੋਟੀਆਂ ਮੱਛੀਆਂ ਦੇ ਨਾਲ ਵੱਡੇ ਮਗਰਮੱਛ ਵੀ ਫੜੇਗੀ। ਇਹ ਸਾਰਾ ਕੁਝ ਜਿਹੜਾ ਆ ਉਹ ਗੈਰ ਕਾਨੂੰਨੀ ਮਾਈਨਿੰਗ ਦੀ ਵਜ੍ਹਾ ਕਰਕੇ ਜੋ ਪਿਛਲੇ ਦਿਨਾਂ ਦੇ ਅੰਦਰ ਕਾਫੀ ਵੱਡੇ ਐਕਸ਼ਨ ਵੀ ਕੀਤੇ ਆ ਪੰਜਾਬ ਦੇ ਅੰਦਰ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਜਿਹੜੇ ਗੈਰ ਕਾਨੂੰਨੀ ਮਾਫੀਆ ਸੀਗਾ ਮਾਈਨਿੰਗ ਦਾ, ਉਹਨਾਂ ਦੇ ਖਿਲਾਫ ਵੱਡੇ ਐਕਸ਼ਨ ਹੋਏ ਆ। ਕਟਾਰੂ ਚੱਕ ਦਾ ਕਹਿਣਾ ਹੈ ਕਿ ਕੁਦਰਤ ਦੇ ਨਾਲ ਨਾ ਹੀ ਖਿਲਵਾੜ ਕੀਤਾ ਜਾਵੇਗਾ ਅਤੇ ਨਾ ਹੀ ਕਰਨ ਦਿੱਤਾ ਜਾਵੇਗਾ। ਜਿਹੜਾ ਪੁੱਟ ਕੇ ਰਾਵੀ ਨੂੰ ਤਬਾਹੀ ਕੀਤੀ ਗਈ ਆ ਔਰ ਇਹਦੀ ਅਸੈਸਮੈਂਟ ਬਣਾ ਕੇ ਜਿਨ੍ਹਾਂ ਲੋਕਾਂ ਨੇ ਵੀ ਇਹ ਗੁਨਾਹ ਕੀਤਾ ਆ, ਇਹ ਉਹਨਾਂ ਦੇ ਮਤਲਬ ਨਾਲ ਜੁੜਿਆ ਜਾਊਗਾ। ਇਸ ਗੁਨਾਹ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰੇਗੀ ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਸਰਕਾਰ। ਆਮ ਆਦਮੀ ਪਾਰਟੀ ਨੇ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਐਕਸ਼ਨ ਲਿਆ ਤੇ ਹੁਣ ਅੱਗੇ ਵੀ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ।